स्वागत है जी ਤੁਹਾਡਾ ਟੀਚਰ ਚੈਨਲ ਵਿੱਚ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜੋ ਇਕਨੋਮਿਕ ਸਬਜੈਕਟ ਦੀ ਪ੍ਰਸ਼ਨ ਲੜੀ ਸ਼ੁਰੂ ਕੀਤੀ ਹੋਈ ਹੈ ਉਸ ਦੇ ਅਗਲੇ ਪ੍ਰਸ਼ਨ ਕਰਨ ਜਾ ਰਹੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਹੋਣ ਪਰ ਉਹਨਾਂ ਨੂੰ ਕੰਮ ਨਾ ਮਿਲੇ, ਇਹ ਕਿਹੜੀ ਕਿਸਮ ਦੀ ਬੇਰੁਜ਼ਗਾਰੀ ਹੈ? ਅਣਇੱਛਕ ਬੇਰੁਜ਼ਗਾਰੀ, ਇਨਵੋਲੰਟਰੀ ਅਨਇੰਪਲੋਇਮੈਂਟ। ਬਿਕੋਜ਼ ਜਿਹੜੇ ਸਾਡੇ ਲੇਬਰ ਕੀ ਆ, ਕੰਮ ਕਰਨ ਲਈ ਰੈਡੀ ਆ, ਜੋ ਵੀ ਮਜ਼ਦੂਰੀ ਉਹਨਾਂ ਨੂੰ ਮਿਲਦੀ ਉਸ 'ਤੇ ਉਹ ਤਿਆਰ ਨੇ ਕੰਮ ਕਰਨ ਲਈ, ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਤਾਂ ਇਹ ਕੰਡੀਸ਼ਨ ਕੀ ਆ, ਇਹ ਕਿਸ ਤਰ੍ਹਾਂ ਦੀ ਬੇਰੁਜ਼ਗਾਰੀ ਆ? ਅਣਇੱਛਕ ਬੇਰੁਜ਼ਗਾਰੀ ਆ। ਉਹਨਾਂ ਦੀ ਇੱਛਾ ਨਹੀਂ ਆ ਵਿਹਲੇ ਰਹਿਣ ਦੀ, ਪਰ ਉਹਨਾਂ ਨੂੰ ਵਿਹਲੇ ਰਹਿਣਾ ਪੈ ਰਿਹਾ ਹੈ। ਠੀਕ ਹੈ ਜੀ। ਪਰ ਇਸ ਤੋਂ ਅਗਰ ਜੇ ਇਸ ਤੋਂ ਉਲਟ ਕੰਡੀਸ਼ਨ ਹੋਵੇ, ਮਤਲਬ ਕਿ ਕੰਮ ਮਿਲ ਰਿਹਾ ਆ, ਠੀਕ ਹੈ ਨਾ, ਪਰ ਅਸੀਂ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਨਹੀਂ ਆ, ਜਿੰਨੀ ਮਜ਼ਦੂਰੀ ਸਾਨੂੰ ਮਿਲ ਰਹੀ ਹੈ ਅਸੀਂ ਉਸ ਤੇ ਕੰਮ ਕਰਨ ਲਈ ਤਿਆਰ ਨਹੀਂ, ਅਸੀਂ ਕੰਮ ਛੱਡ ਰਹੇ ਹਾਂ। ਠੀਕ ਹੈ ਨਾ, ਤਾਂ ਉਹ ਕੀ ਹੈ? ਸਾਡੀ ਇੱਛਕ ਬੇਰੁਜ਼ਗਾਰੀ ਆ, ਵੋਲੰਟਰੀ ਅਨਇੰਪਲੋਇਮੈਂਟ ਆ। ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਜਦੋਂ ਮਜ਼ਦੂਰਾਂ ਨੂੰ ਨਵੀਆਂ ਮਸ਼ੀਨਾਂ ਨਹੀਂ ਚਲਾਉਣੀਆਂ ਆਉਂਦੀਆਂ ਤਾਂ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ, ਤਾਂ ਉਹ ਬੇਰੁਜ਼ਗਾਰ ਹੋ ਜਾਂਦੇ ਹਨ। ਇਹ ਕਿਹੜੀ ਬੇਰੁਜ਼ਗਾਰੀ ਹੈ? ਇਹ ਕਿਹੜੀ ਕਿਸਮ ਦੀ ਬੇਰੁਜ਼ਗਾਰੀ ਹੋਵੇਗੀ? ਤਕਨੀਕੀ ਬੇਰੁਜ਼ਗਾਰੀ। ਠੀਕ ਹੈ, ਇੱਥੇ ਲਿਖਿਆ ਨਹੀਂ, ਸੌਰੀ। ਕਿਹੜੀ ਬੇਰੁਜ਼ਗਾਰੀ ਹੈ ਇਹ? ਤਕਨੀਕੀ ਬੇਰੁਜ਼ਗਾਰੀ, ਟੈਕਨੀਕਲ ਅਨਇੰਪਲੋਇਮੈਂਟ। ਬਿਕੋਜ਼ ਫੋਰ ਐਗਜ਼ਾਮਪਲ ਇੱਕ ਕਾਰਖਾਨਾ ਆ, ਕਾਰਖਾਨੇ ਵਿੱਚ ਮਜ਼ਦੂਰ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ, ਲੇਕਿਨ ਹੁਣ 2019-20 ਦੇ ਵਿੱਚ ਨਿਊ ਟੈਕਨੀਕ ਜਿਹੜੀ ਇੱਕ ਫੈਕਟਰੀ ਆ ਅਡੋਪਟ ਕਰ ਲੈਂਦੀ ਆ। ਠੀਕ ਹੈ, ਨਿਊ ਟੈਕਨੀਕ ਜਿਹੜੀ ਵਿਚਾਰੇ ਪੁਰਾਣੇ ਮਜ਼ਦੂਰ ਆ, ਪੁਰਾਣੀ ਲੇਬਰ ਆ, ਉਹਨਾਂ ਨੂੰ ਨਹੀਂ ਆਉਂਦੀ, ਫੋਲੋ ਕਰਨੀ ਨਹੀਂ ਆ ਰਹੀ। ਠੀਕ ਹੈ ਨਾ, ਤਾਂ ਫਿਰ ਕੀ ਕੀਤਾ ਜਾਂਦਾ ਹੈ? ਐਂਟਰਪ੍ਰੇਨਿਓਰਸ ਕੀ ਕਰਦੇ ਨੇ, ਉਦਮੀ ਕੀ ਕਰਦੇ ਨੇ, ਫੈਕਟਰੀ ਦੇ ਜਿਹੜੇ ਮਾਲਕ ਹੁੰਦੇ ਉਹ ਕੱਢ ਦਿੰਦੇ ਉਹਨਾਂ ਨੂੰ, ਫਿਰ ਉਹ ਬੇਰੁਜ਼ਗਾਰ ਹੋ ਜਾਂਦੇ ਆ। ਠੀਕ ਹੈ ਨਾ, ਤੇ ਇਸ ਕਰਕੇ ਉਹ ਜਿਹੜੀ ਬੇਰੁਜ਼ਗਾਰੀ ਉਹਨਾਂ ਦੀ ਕੀ ਆ, ਉਹ ਕਿਹੜੀ ਬੇਰੁਜ਼ਗਾਰੀ ਉਹਨਾਂ ਦੀ? ਤਕਨੀਕੀ ਬੇਰੁਜ਼ਗਾਰੀ ਆ। ਤਕਨੀਕ ਦੀ ਵਜ੍ਹਾ ਕਰਕੇ ਕੀ ਆ, ਤਕਨੀਕ ਦੇ ਵਿੱਚ ਚੇਂਜ ਕਰਨ ਦੇ ਕਰਕੇ ਉਹ ਕੀ ਆ, ਬੇਰੁਜ਼ਗਾਰ ਹੋਏ ਆ। ਠੀਕ ਹੈ ਨਾ, ਇਸ ਤਰ੍ਹਾਂ ਦੀ ਬੇਰੁਜ਼ਗਾਰੀ ਨੂੰ ਕੀ ਕਿਹਾ ਜਾਂਦਾ ਹੈ? ਤਕਨੀਕੀ ਬੇਰੁਜ਼ਗਾਰੀ, ਟੈਕਨੀਕਲ ਅਨਇੰਪਲੋਇਮੈਂਟ ਕਿਹਾ ਜਾਂਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਆਮਦਨ ਕਰ ਇਨਕਮ ਟੈਕਸ ਇੱਕ ਡੈਸ਼ ਕਰ ਹੈ। ਅਸੀਂ ਪਹਿਲੀਆਂ ਵੀਡੀਓਜ਼ 'ਚ ਕਰ ਚੁੱਕੇ ਹਾਂ। ਕਿਹੜਾ ਕਰ ਹੈ ਜੀ? ਇਹ ਪ੍ਰਤੱਖ ਕਰ ਹੈ। ਠੀਕ ਹੈ, ਕਿਉਂਕਿ ਇਨਕਮ ਟੈਕਸ ਨੂੰ ਅਸੀਂ ਡਾਇਰੈਕਟਲੀ ਵੇ ਦੇ ਨਾਲ ਪੇ ਕਰਦੇ ਹਾਂ। ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਉਹ ਆਰਥਿਕ ਕਿਰਿਆਵਾਂ ਜਿਸ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਵਿੱਚ ਵਾਧਾ, ਜਿਸ ਨਾਲ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਵਿੱਚ ਵਾਧਾ ਹੁੰਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ ਨਾ, ਕੀ ਕਿਹਾ ਜਾਂਦਾ ਹੈ? ਉਤਪਾਦਨ ਕਿਹਾ ਜਾਂਦਾ ਹੈ। ਇਕਨੋਮਿਕਸ ਵਿੱਚ ਹਰ ਕਨਸੈਪਟ ਦੀ ਡੈਫੀਨੇਸ਼ਨ ਹੈ। ਠੀਕ ਹੈ ਨਾ, ਦੇਖੋ ਹੁਣ ਉਤਪਾਦਨ ਵੈਸੇ ਤਾਂ ਬੋਲਣ ਨੂੰ ਸਿੰਪਲ ਆ, ਹਾਂਜੀ ਚੀਜ਼ ਦੀ ਪ੍ਰੋਡਕਸ਼ਨ, ਇਹਨੂੰ ਇੰਗਲਿਸ਼ 'ਚ ਪ੍ਰੋਡਕਸ਼ਨ ਕਹਿ ਦਿੰਦੇ ਆ, ਪ੍ਰੋਡਕਸ਼ਨ ਹੋ ਗਈ, ਲੇਕਿਨ ਪ੍ਰੋਡਕਸ਼ਨ ਹੈ ਕੀ ਆ? ਪ੍ਰੋਡਕਸ਼ਨ ਕੀ ਹੈ? ਜਦੋਂ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਵਿੱਚ ਵਾਧਾ ਹੁੰਦਾ ਆ, ਉਹ ਇਹ ਕੀ ਹੈ? ਇੱਕ ਆਰਥਿਕ ਕਿਰਿਆ ਆ। ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਉਹ ਛੂਹਣਯੋਗ ਚੀਜ਼ਾਂ ਜੋ ਮਨੁੱਖ ਦੀਆਂ ਲੋੜਾਂ ਦੀ ਸੰਤੁਸ਼ਟੀ ਕਰਦੀਆਂ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਕਨੋਮਿਕਸ ਦੇ ਵਿੱਚ ਵਸਤੂਆਂ ਕਿਹਾ ਜਾਂਦਾ, ਗੁੱਡਸ ਕਿਹਾ ਜਾਂਦਾ ਹੈ। ਠੀਕ ਹੈ ਨਾ, ਫੋਰ ਐਗਜ਼ਾਮਪਲ ਹੋ ਗਿਆ ਕੱਪੜੇ, ਠੀਕ ਆ, ਕਾਪੀਆਂ, ਕਿਤਾਬਾਂ, ਪੈਨ, ਕਣਕ, ਚਾਵਲ, ਸਾਡੇ ਖਾਦ ਪਦਾਰਥ ਹੋ ਗਏ, ਫਰਨੀਚਰ ਹੋ ਗਿਆ। ਠੀਕ ਹੈ ਨਾ, ਪੈਸੇ ਵੀ ਈਵਨ ਕੀ ਇੱਕ ਵਸਤੂ ਹੈ। ਠੀਕ ਹੈ ਨਾ, ਸਮਝ ਲੱਗੇ? ਉਹ ਛੂਹਣਯੋਗ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹੜੀ ਸਾਡੀ ਲੋੜਾਂ ਦੀ ਸੰਤੁਸ਼ਟੀ ਕਰਦੀਆਂ ਨੇ। ਠੀਕ ਹੈ ਨਾ, ਰੋਟੀ ਹੋ ਗਿਆ, ਕੱਪੜਾ, ਸਾਰਾ। ਠੀਕ ਹੈ ਨਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਕਿਸੇ ਵਸਤੂ ਜਾਂ ਸੇਵਾ ਵਿੱਚ ਕਿਸੇ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ? ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਵਸਤੂਆਂ ਅਤੇ ਸੇਵਾਵਾਂ ਰਾਹੀਂ ਸਾਡੇ ਮਨੁੱਖਾਂ ਦੀ ਲੋੜਾਂ ਦੀ ਸੰਤੁਸ਼ਟੀ ਹੁੰਦੀ ਹੈ ਜੀ। ਠੀਕ ਹੈ ਨਾ, ਹੁਣ ਇਹ ਸੰਤੁਸ਼ਟੀ ਕਰਨ ਦੀ ਉਹਨਾਂ ਵਿੱਚ ਕੋਈ ਕੈਪੇਬਿਲਿਟੀ ਤਾਂ ਹੈ ਨਾ, ਸਮਰੱਥਾ ਤਾਂ ਹੈ ਨਾ, ਉਸ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਿਹਾ ਜਾਂਦਾ ਉਪਯੋਗਿਤਾ, ਤੁਸ਼ਟੀ ਗੁਣ, ਯੂਟਿਲਿਟੀ ਕਿਹਾ ਜਾਂਦਾ ਹੈ। ਠੀਕ ਹੈ ਨਾ, ਜਿੱਦਾਂ ਰੋਟੀ ਤੋਂ ਸਾਨੂੰ ਤੁਸ਼ਟੀ ਗੁਣ ਪ੍ਰਾਪਤ ਹੁੰਦਾ ਹੈ, ਅਸੀਂ ਰੋਟੀ ਖਾਂਦੇ ਹਾਂ, ਸਾਡੀ ਭੁੱਖ ਮਿਟਦੀ ਆ, ਰੋਟੀ ਵਿੱਚ ਕੁਛ ਤਾਂ ਐਸਾ ਹੈ ਨਾ ਜਿੰਨਾ ਸਾਡੀ ਭੁੱਖ ਮਿਟ ਰਹੀ ਆ, ਤਾਂ ਉਹ ਸਮਰੱਥਾ, ਰੋਟੀ ਵਿੱਚ ਉਹ ਸਮਰੱਥਾ ਆ, ਕੈਪੇਬਿਲਿਟੀ ਆ। ਠੀਕ ਹੈ ਨਾ, ਉਹ ਕੀ ਹੈ? ਤੁਸ਼ਟੀ ਗੁਣ ਹੈ। ਠੀਕ ਹੈ ਨਾ, ਯੂਟਿਲਿਟੀ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਿਤਾ ਨੂੰ ਮਾਣਨ ਲਈ ਅਸੀਂ ਕੀਮਤ ਦਿੰਦੇ ਹਾਂ, ਕੀ ਹਨ? ਠੀਕ ਹੈ ਜੀ, ਇਹ ਕੀ ਹਨ? ਧਨ, ਵੈਲਥ। ਠੀਕ ਹੈ ਨਾ, ਫੋਰ ਐਗਜ਼ਾਮਪਲ ਕਾਪੀ, ਅਸੀਂ ਦੁਕਾਨ ਤੋਂ ਕਾਪੀ ਖਰੀਦ ਕੇ ਲੈ ਕੇ ਆਉਂਦੇ ਹਾਂ ਕਿਉਂਕਿ ਸਾਨੂੰ ਉਹਦੀ ਲੋੜ ਆ, ਜ਼ਰੂਰਤ ਆ ਪੜ੍ਹਨ ਲਿਖਣ ਵਾਸਤੇ। ਪੈਨ ਲੈ ਕੇ ਆਉਂਦੇ ਹਾਂ, ਪੜ੍ਹਨ ਲਿਖਣ ਵਾਸਤੇ ਸਾਨੂੰ ਲੋੜ ਆ, ਅਸੀਂ ਉਹਦੇ ਬਦਲੇ ਪੈਸੇ ਦਿੰਦੇ ਹਾਂ, ਫ੍ਰੀ 'ਚ ਨਹੀਂ ਲੈ ਕੇ ਆਉਂਦੇ। ਠੀਕ ਹੈ ਨਾ, ਅਧਿਆਪਕ ਵੱਲੋਂ ਪੜ੍ਹਾਉਣਾ ਵੀ, ਈਵਨ ਅਧਿਆਪਕ ਵੱਲੋਂ ਜੋ ਪੜ੍ਹਾਇਆ ਜਾਂਦਾ ਆ ਸਕੂਲਾਂ ਦੇ ਵਿੱਚ, ਉਹ ਵੀ ਕੀ ਹੈ? ਇੱਕ ਧਨ ਆ। ਠੀਕ ਹੈ, ਕਿਉਂਕਿ ਅਧਿਆਪਕਾਂ ਨੂੰ ਇਹਦੇ ਬਦਲੇ ਕੀ ਹੈ? ਸੈਲਰੀ ਮਿਲ ਰਹੀ ਹੈ। ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ ਆ, ਜਾਂ ਗੌਰਮੈਂਟ ਹੋਸਪਿਟਲ 'ਚ ਵੀ ਤੁਸੀਂ ਲੈ ਲਓ, ਜੋ ਵੀ ਮਤਲਬ ਜੇ
ਡਾਕਟਰ ਆ ਉਹ ਕੰਮ ਕਰ ਰਿਹਾ ਆ, ਇਲਾਜ ਕਰ ਰਿਹਾ ਲੋਕਾਂ ਦਾ, ਪਰ ਉਸ ਬਦਲੇ ਉਹਨੂੰ ਸੈਲਰੀ ਮਿਲ ਰਹੀ ਆ, ਤਾਂ ਉਹ ਕੀ ਹੈ? ਧਨ ਹੈ। ਠੀਕ ਹੈ ਨਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸਰਕਾਰ ਵੱਲੋਂ ਪ੍ਰਮਾਣਿਤ ਉਹ ਵਸਤੂ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਮੁਦਰਾ ਕਿਹਾ ਜਾਂਦਾ ਹੈ। ਹਾਂ ਇੱਥੇ ਹੁਣ ਆਪਾਂ ਨੂੰ ਕਨਸੈਪਟ ਕਲੀਅਰ ਹੋ ਜਾਣੇ ਆ। ਦੇਖੋ ਆਮ ਬੋਲਚਾਲ ਵਿੱਚ ਧਨ ਤੇ ਮੁਦਰਾ ਨੂੰ ਇੱਕੋ ਜਿਹਾ ਹੀ ਸਮਝ ਲਿਆ ਜਾਂਦਾ ਹੈ। ਹਾਂਜੀ, ਧਨ ਤੇ ਮੁਦਰਾ ਇੱਕੋ ਜਿਹਾ ਕਹਿ ਲੈਂਦੇ ਆ, ਬਟ ਇਕਨੋਮਿਕਸ ਦੇ ਵਿੱਚ ਇੱਕੋ ਜਿਹੇ ਨਹੀਂ ਆ, ਇਹਨਾਂ ਦਾ ਕਨਸੈਪਟ ਵੱਖਰੇ ਵੱਖਰੇ ਨੇ। ਠੀਕ ਹੈ ਨਾ। ਇਹਨਾਂ ਦਾ ਮੀਨਿੰਗ ਵੱਖਰਾ ਵੱਖਰਾ ਹੈ। ਧਨ ਹੋਰ ਚੀਜ਼ ਹੈ, ਮੁਦਰਾ ਹੋਰ ਚੀਜ਼ ਹੈ, ਮਨੀ ਔਰ ਵੈਲਥ ਹੋਰ ਚੀਜ਼ ਹੈ। ਠੀਕ ਹੈ। ਸਰਕਾਰ ਵੱਲੋਂ ਇੱਕ ਵਸਤੂ ਫਿਕਸ ਕਰ ਦਿੱਤੀ ਜਾਂਦੀ ਕਿ ਤੁਸੀਂ ਇਹਨੂੰ ਐਕਸਚੇਂਜ ਦੇ ਮਾਧਿਅਮ ਵਜੋਂ ਵਰਤਣਾ ਹੈ। ਠੀਕ ਹੈ ਨਾ। ਜਿੱਦਾਂ ਰੁਪਈਆ ਸਾਨੂੰ ਕਹਿ ਦਿੱਤਾ ਪੈਸੇ ਜਿਹੜੇ ਹੈ ਨਾ, ਠੀਕ ਹੈ ਨਾ, ਸਾਡੇ ਦੇਸ਼ ਦੀ ਕਰੰਸੀ ਫਿਕਸ ਹੁੰਦੀ ਨਾ, ਉਸੇ ਤਰ੍ਹਾਂ ਉਹ ਹੈ ਸਾਡੇ ਦੇਸ਼ ਦੀ ਮੁਦਰਾ। ਜਿੱਦਾਂ ਰੁਪਈਆ ਹੈ, ਅਮਰੀਕਾ ਦਾ ਡਾਲਰ ਹੋ ਗਿਆ, ਇੰਗਲੈਂਡ ਦਾ ਪੌਂਡ ਹੋ ਗਿਆ। ਠੀਕ ਹੈ ਨਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਅਜਿਹਾ ਪ੍ਰਬੰਧ ਜਿੱਥੇ ਵਸਤੂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤੂਆਂ ਨੂੰ ਖਰੀਦਦੇ ਅਤੇ ਵੇਚਦੇ ਹਨ, ਉਸ ਨੂੰ ਕੀ ਕਿਹਾ ਜਾਂਦਾ ਹੈ? ਮੰਡੀ ਕਿਹਾ ਜਾਂਦਾ ਹੈ, ਬਾਜ਼ਾਰ, ਮਾਰਕੀਟ ਕਿਹਾ ਜਾਂਦਾ ਹੈ। ਠੀਕ ਹੈ। ਹੁਣ ਇੱਥੇ ਵੀ ਆਪਾਂ ਯਾਦ ਰੱਖ ਲੈਣੀ ਇੱਕ ਗੱਲ ਕਿ ਆਮ ਬੋਲਚਾਲ ਵਿੱਚ ਮੰਡੀ ਕਿਹਨੂੰ ਕਹਿ ਦਿੱਤਾ ਜਾਂਦਾ? ਹਾਂ ਜੀ, ਇੱਕ ਥਾਂ ਆ, ਉੱਥੇ ਦੁਕਾਨਾਂ ਲੱਗੀਆਂ ਨੇ, ਮਾਰਕੀਟ ਹੈ, ਬਹੁਤ ਸੋਹਣਾ ਬਾਜ਼ਾਰ ਹੈ, ਲੋਕ ਆ ਜਾ ਰਹੇ ਨੇ, ਗਾਹਕ ਆ ਰਹੇ ਨੇ, ਖਰੀਦਦਾਰ ਜਿਹੜੇ ਹੋਕੇ ਲਗਾ ਰਹੇ ਆ ਜਾਂ ਦੁਕਾਨਾਂ ਹੈ, ਉਹ ਸਾਡੇ ਲਈ ਬਾਜ਼ਾਰ ਹੋ ਜਾਂਦਾ। ਇੱਕ ਜਗ੍ਹਾ ਨੂੰ ਅਸੀਂ ਬਾਜ਼ਾਰ ਕਹਿ ਦਿੰਦੇ ਆਮ ਬੋਲਚਾਲ ਭਾਸ਼ਾ ਵਿੱਚ। ਠੀਕ ਹੈ ਨਾ। ਵੈਸੇ ਆਮ ਬੋਲਚਾਲ 'ਚ ਇੱਦਾਂ ਹੀ ਕਿਹਾ ਜਾਂਦਾ, ਪਰ ਇਕਨੋਮਿਕਸ ਦੇ ਵਿੱਚ ਇਹਦਾ ਮਤਲਬ ਜਿਹੜਾ ਹੋਰ ਆ। ਉਹਦੇ ਇਕਨੋਮਿਕਸ ਦੇ ਵਿੱਚ ਉਹ ਪ੍ਰਬੰਧ ਆ ਜਿੱਥੇ ਖਰੀਦਦਾਰ ਤੇ ਵਿਕਰੇਤਾ ਆਪਸ ਵਿੱਚ ਕੰਟੈਕਟ ਰੱਖਦੇ ਆ ਤੇ ਵਸਤੂਆਂ ਨੂੰ ਖਰੀਦਦੇ ਤੇ ਵੇਚਦੇ ਆ। ਜਿੱਦਾਂ ਕਿ ਹੁਣ ਆਨਲਾਈਨ ਮਾਰਕੀਟਿੰਗ ਵੀ ਹੁੰਦੀ ਹੈ। ਠੀਕ ਹੈ ਨਾ। ਆਨਲਾਈਨ ਚੀਜ਼ਾਂ, ਪਰ ਵਿਕਰੇਤਾ ਆਪਸ ਵਿੱਚ ਇੱਕ ਜਿਹੜੇ ਖਰੀਦਦਾਰ ਤੇ ਵਿਕਰੇਤਾ ਆ, ਉਹ ਸਾਹਮਣੇ ਤਾਂ ਨਹੀਂ ਨਾ ਹੁੰਦੇ ਆਪਸ 'ਚ, ਪਰ ਉਹ ਚੀਜ਼ਾਂ ਫਿਰ ਵੀ ਖਰੀਦਦੇ ਵੇਚਦੇ ਆ। ਠੀਕ ਹੈ ਨਾ। ਇਸ ਨੂੰ ਵੀ ਕੀ ਕਿਹਾ ਜਾਊਗਾ? ਬਾਜ਼ਾਰ, ਮੰਡੀ, ਮਾਰਕੀਟ ਕਿਹਾ ਜਾਵੇਗਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਵਸਤੂ ਦੇ ਉਤਪਾਦਨ ਤੋਂ ਲੈ ਕੇ ਉਸਦੀ ਵਿਕਰੀ ਤੱਕ ਜੋ ਵੀ ਮੁਦਰਾ ਦੇ ਰੂਪ ਵਿੱਚ ਰਾਸ਼ੀ ਖਰਚੀ ਜਾਂਦੀ ਹੈ, ਕੀ ਕਹਾਉਂਦੀ ਹੈ? ਕੀ ਕਹਾਉਂਦੀ ਹੈ? ਲਾਗਤ ਕਹਾਉਂਦੀ ਹੈ। ਕੀ ਕਹਾਉਂਦੀ ਹੈ? ਲਾਗਤ ਕਹਾਉਂਦੀ ਆ। ਠੀਕ ਹੈ ਨਾ। ਇੱਕ ਫੈਕਟਰੀ ਵਿੱਚ ਕੀ ਆ, ਮੰਨ ਲਓ ਸਰਦੀਆਂ ਦੇ ਸਵੈਟਰ ਬਣ ਰਹੇ ਆ, ਮਤਲਬ ਕੱਪੜੇ ਬਣ ਰਹੇ ਆ। ਠੀਕ ਹੈ ਨਾ। ਕਾਰਖਾਨਾ ਸਰਦੀਆਂ ਦੇ ਕੱਪੜਿਆਂ ਵਾਲਾ। ਠੀਕ ਹੈ ਨਾ। ਜੋ ਵੀ ਉੱਥੇ ਲਾਗਤ ਲੱਗਦੀ ਹੈ, ਬਿਜਲੀ ਦਾ ਫੈਕਟਰੀ ਵਿੱਚ ਖਰਚਾ ਹੋ ਗਿਆ, ਟਰਾਂਸਪੋਰਟ ਦਾ ਜੋ ਵੀ ਖਰਚਾ ਹੋ ਗਿਆ, ਆਵਾਜਾਈ ਦਾ ਹੋ ਗਿਆ, ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਆ, ਉਹਦੇ ਬਦਲੇ ਮਸ਼ੀਨਾਂ ਲਿਆਂਦੀਆਂ ਜਾਂਦੀਆਂ ਆ। ਠੀਕ ਹੈ ਨਾ। ਉਹਨਾਂ ਦੇ ਖਾਣ ਪੀਣ ਵਾਸਤੇ ਪ੍ਰਬੰਧ, ਜੋ ਵੀ ਸਾਰਾ ਕੁਛ ਕੀਤਾ ਜਾਂਦਾ, ਉਹ ਲਾਗਤ ਆ। ਜਿੰਨਾ ਚਿਰ ਵਸਤੂ ਜਿਹੜੀ ਆ, ਉਹਦੀ ਵਸਤੂ ਦੀ ਪ੍ਰੋਡਕਸ਼ਨ ਤੋਂ ਲੈ ਕੇ ਜਿੰਨਾ ਚਿਰ ਉਹ ਤਿਆਰ ਹੋ ਕੇ ਮਾਰਕੀਟ 'ਚ ਨਹੀਂ ਨਾ ਚਲੇ ਜਾਂਦੀ, ਜਿੰਨਾ ਵੀ ਉਦੋਂ ਤੱਕ ਪੈਸਾ ਖਰਚ ਹੁੰਦਾ ਆ, ਉਹ ਸਾਰਾ ਕੀ ਆ? ਲਾਗਤ ਆ, ਕਾਸਟ ਆ। ਠੀਕ ਹੈ ਨਾ। ਤੇ ਇੱਕ ਉਦਮੀ ਦਾ ਇਹ ਯਤਨ ਹੁੰਦਾ ਕਿ ਉਸਨੂੰ ਉਹਦੀ ਕਾਸਟ ਤੋਂ ਜ਼ਿਆਦਾ ਜਦੋਂ ਵਿਕਰੀ ਹੋਵੇ ਤਾਂ ਵਸਤੂ ਦੇ ਪੈਸੇ ਮਿਲਣ, ਤਾਂ ਕਿ ਉਹਨੂੰ ਥੋੜਾ ਜਿਹਾ ਪ੍ਰੋਫਿਟ ਵੀ ਹੋ ਸਕੇ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਹਰ ਮਨੁੱਖ ਸੀਮਿਤ ਸਾਧਨਾਂ ਵਿੱਚੋਂ ਅਸੀਮਿਤ ਲੋੜਾਂ ਪੂਰੀਆਂ ਕਰਨ ਲਈ ਕੁਝ ਕਿਰਿਆਵਾਂ ਕਰਦਾ। ਇਹਨਾਂ ਕਿਰਿਆਵਾਂ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਇਕਨੋਮਿਕਸ 'ਚ? ਆਰਥਿਕ ਕਿਰਿਆਵਾਂ ਕਹਿੰਦੇ ਹਨ, ਇਕਨੋਮਿਕਸ ਐਕਟੀਵਿਟੀਜ਼ ਕਹਿੰਦੇ ਆ। ਠੀਕ ਹੈ ਨਾ। ਉਹ ਐਕਟੀਵਿਟੀਜ਼, ਇਕਨੋਮਿਕਸ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਹੁੰਦੀਆਂ ਨੇ ਜਿਨ੍ਹਾਂ ਵਿੱਚ ਅਸੀਂ ਕੀ ਕਰਦੇ ਹਾਂ, ਸਾਡੇ ਸਾਧਨ ਤਾਂ ਸਾਨੂੰ ਸਭ ਨੂੰ ਪਤਾ ਕਿ ਸੀਮਤ ਆ, ਅਸੀਂ ਆਪਣੀਆਂ ਲੋੜਾਂ ਨੂੰ, ਅਸੀਮਿਤ ਲੋੜਾਂ ਨੂੰ ਕੀ ਕਰਦੇ ਆ? ਪੂਰਾ ਕਰਨ ਦਾ ਯਤਨ ਕਰਦੇ ਹਾਂ। ਠੀਕ ਹੈ ਨਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਪ੍ਰੋਫੈਸਰ ਬੋਲਡਿੰਗ ਅਨੁਸਾਰ ਆਰਥਿਕ ਕਿਰਿਆਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਇਹਨਾਂ ਨੂੰ ਵੰਡਿਆ ਜਾਂਦਾ ਹੈ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਆਰਥਿਕ ਕਿਰਿਆਵਾਂ ਨੂੰ ਬੇਸਿਕਲੀ। ਠੀਕ ਹੈ ਨਾ। ਕਿਹੜੀ? ਉਤਪਾਦਨ, ਉਪਭੋਗ, ਵਟਾਂਦਰਾ ਤੇ ਵੰਡ, ਪ੍ਰੋਡਕਸ਼ਨ, ਕੰਜ਼ੰਪਸ਼ਨ, ਐਕਸਚੇਂਜ ਔਰ ਡਿਸਟ੍ਰੀਬਿਊਸ਼ਨ। ਠੀਕ ਹੈ ਨਾ। ਚਾਰ ਭਾਗਾਂ ਵਿੱਚ ਆਰਥਿਕ ਕਿਰਿਆਵਾਂ ਨੂੰ ਵੰਡਿਆ ਜਾਂਦਾ ਹੈ। ਠੀਕ ਹੈ ਨਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਉਹ ਕਿਰਿਆਵਾਂ ਜਿਨ੍ਹਾਂ ਦਾ ਉਦੇਸ਼ ਧਨ ਪ੍ਰਾਪਤ ਕਰਨਾ ਨਹੀਂ ਹੁੰਦਾ। ਹੁਣ ਇੱਕ ਦੇਖਿਓ ਫਰਕ ਤਾਂ ਆਪਾਂ ਹੁਣ ਕਿੱਦਾਂ ਯਾਦ ਕਰਨਾ। ਦੇਖੋ ਜਿਹੜੀ ਇਕਨੋਮਿਕਸ ਐਕਟੀਵਿਟੀਜ਼ ਹੁੰਦੀਆਂ, ਉਹਦੇ ਬਦਲੇ ਉਹ ਅਸੀਂ ਤਾਂ ਕਰਦੇ ਆ ਕਿਉਂਕਿ ਸਾਨੂੰ ਉਹਦੇ ਬਦਲੇ ਧਨ ਮਿਲਦਾ ਆ। ਠੀਕ ਹੈ ਨਾ। ਕੋਈ ਫੈਕਟਰੀ ਲੱਗ ਰਹੀ ਆ, ਉਹਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਆ। ਠੀਕ ਹੈ ਨਾ। ਉਹ ਮਤਲਬ ਉਹਦੇ ਬਦਲੇ ਕੀ ਆ? ਧਨ ਮਿਲਣਾ ਆ। ਠੀਕ ਹੈ ਨਾ। ਉਹ ਤਾਂ ਹੋ ਗਈ ਇਕਨੋਮਿਕਸ ਐਕਟੀਵਿਟੀਜ਼। ਪਰ ਕੁਝ ਕਿਰਿਆਵਾਂ ਇੱਦਾਂ ਦੀਆਂ ਵੀ ਹੁੰਦੀਆਂ ਜਿਨ੍ਹਾਂ ਬਦਲੇ ਧਨ ਨਹੀਂ ਮਿਲਣਾ ਹੁੰਦਾ। ਠੀਕ ਹੈ ਨਾ। ਤੇ ਉਹ ਕੀ ਆ? ਅਣ ਆਰਥਿਕ ਕਿਰਿਆਵਾਂ, ਨਾਨ ਇਕਨੋਮਿਕ ਐਕਟੀਵਿਟੀਜ਼। ਠੀਕ ਹੈ। ਜਿੱਦਾਂ ਸਮਾਜ ਭਲਾਈ ਦੇ ਕੰਮ ਹੋ ਗਏ, ਪਰਿਵਾਰ ਭਲਾਈ ਦੇ ਕੰਮ ਹੋ ਗਏ। ਠੀਕ ਹੈ ਨਾ। ਪੈਨਸ਼ਨਸ ਹੋ ਗਏ, ਜਿਹਨਾਂ ਮਤਲਬ ਧਨ ਨਹੀਂ ਮਿਲਦਾ। ਠੀਕ ਹੈ ਨਾ। ਇਹ ਕੀ ਆ? ਨਾਨ ਇਕਨੋਮਿਕ ਐਕਟੀਵਿਟੀਜ਼ ਆ। ਸਹੀ ਵਿਕਲਪ ਚੁਣਨਾ ਅਗਲੇ ਪ੍ਰਸ਼ਨ 'ਚ। ਤੁਸੀਂ ਆਪਾਂ ਦੇਖੋ ਕੀ ਆ, ਨਿਮਨਲਿਖਤ ਵਿੱਚੋਂ ਕਿਹੜਾ ਉਤਪਾਦਨ ਦਾ ਸਾਧਨ ਨਹੀਂ ਹੈ? ਠੀਕ ਹੈ ਨਾ। ਉਤਪਾਦਨ ਦੇ ਸਾਧਨ ਦੇਖੋ ਕਿਹੜੇ? 4 ਉਤਪਾਦਨ ਦੇ ਸਾਧਨ ਹੁੰਦੇ ਆ। ਹੁਣ ਦੇਖੋ ਨਿਮਨਲਿਖਤ ਵਿੱਚੋਂ ਆਪਸ਼ਨਸ, ਤੇ ਊੜਾ ਆਪਸ਼ਨ ਹੈ ਭੂਮੀ, ਐੜਾ ਆਪਸ਼ਨ ਹੈ ਕਿਰਤ, ਈੜੀ ਆਪਸ਼ਨ ਹੈ ਉਦਮੀ ਤੇ ਸੱਸਾ ਆਪਸ਼ਨ ਹੈ ਬਾਜ਼ਾਰ। ਇਹਨਾਂ ਵਿੱਚੋਂ ਉਤਪਾਦਨ ਦਾ ਸਾਧਨ ਕਿਹੜਾ ਨਹੀਂ ਆ? ਇਹਨਾਂ ਵਿੱਚੋਂ ਕਿਹੜਾ ਹੈ ਜੀ? ਸੋਚ ਲਿਆ ਹੋਣਾ ਤੁਸੀਂ। ਇਹਨਾਂ ਵਿੱਚੋਂ ਬਾਜ਼ਾਰ ਜਿਹੜਾ ਆ ਉਤਪਾਦਨ ਦਾ ਸਾਧਨ ਨਹੀਂ ਹੈ। ਠੀਕ ਹੈ ਨਾ। ਠੀਕ ਹੈ। ਸੋ ਇਹ ਸਾਡਾ ਕਰੈਕਟ ਆਪਸ਼ਨ ਹੋਵੇਗਾ ਕਿ ਇਹਨਾਂ ਵਿੱਚੋਂ ਬਾਜ਼ਾਰ ਜਿਹੜਾ ਆ ਉਤਪਾਦਨ ਦਾ ਸਾਧਨ ਨਹੀਂ ਹੈ। ਭੂਮੀ ਵੀ ਹੈ, ਕਿਰਤ ਵੀ ਹੈ ਔਰ ਉਦਮੀ ਵੀ ਹੈ।
ठीक है ना। ਤੁਹਾਨੂੰ पता ना कि उत्पादन के 4 साधन होंगे आ, एक भूमि, किरत, उद्यमी और पूंजी, ठीक है ना। लैंड, लेबर, कैपिटल, ठीक है, ये जिहड़े हुंदे आ 4 साधन जिहड़े आ उत्पादन दे हुंदे आ। किसी भी चीज़ का उत्पादन करना तो इन्हां चारां दी लोड़ सानू हुंदी है, ठीक है। साडा अगला प्रश्न है, सही विकल्प चुनो। डैश जोखिम उठाउंदा है, कौन जोखिम उठाउंदा? चारां विच ऑप्शन च देखो, ऊड़ा सरकार, ऐड़ा मजदूर, ईड़ी बैंक, सस्सा उद्यमी। कौन जोखिम उठाउंदा? जोखिम काहदा उठाउणा? कोई काम शुरू कौन करदा? देखो जोखिम उठाउणा भी बड़ी वड्डी गल हुंदी आ। इकनॉमिक्स च कोई फैक्ट्री लाउणी आ, इहदा जोखिम कौन उठाउंदा है? मजदूर उठाउंदे आ, सरकार उठाउंदी आ, बैंक उठाउंदी कि उद्यमी उठाउंदा है? कौन उठाउंदा है? हाँ जी, तुसीं सोच लिया ना, उद्यमी। उद्यमी ऑप्शन राइट ऑप्शन है। डैश जोखिम उठाउंदा है मतलब उद्यमी जोखिम उठाउंदा है, ठीक है ना। उद्यमी जोखिम उठाएगा तो फिर ही काम शुरू हुंदा है प्रोडक्शन का। साडा अगला प्रश्न है जी, डैश उत्पादन का डैश उत्पादन का कुदरती साधन है। हाँ, उत्पादन के साधन किते ना आपां 4, हुण नीचे वाले चों आपां देखना कि कुदरती साधन किहड़ा है। हुण ऊड़ा ऑप्शन है भूमि, ऐड़ा है किरत, ईड़ी है उद्यमी ते सस्सा है पूंजी, ठीक है ना। मैं तुहानूं इत्थे एक दस देनी कि जिहड़े 4 ही लिखे है ना, ये उत्पादन के साधन आ, ठीक है जी। 4 इन्हां तो बिना प्रोडक्शन नहीं हो सकती। इन्हां तत्तां दी, इन्हां 4 साधनां दी लोड़ आ प्रोडक्शन नूं शुरू कर लई। कोई भी प्रोडक्शन लै लो छोटी मोटी, ठीक है ना। तो हुण आपां प्रश्न ते आउने आ कि यह डैश उत्पादन का कुदरती साधन है। किहड़ा कुदरती साधन है इन्हां विचों? भूमि। किहड़ा है? भूमि। हुण किरत वा ये कुदरती साधन नहीं आ, उद्यमी भी कुदरती साधन नहीं आ, पूंजी भी कुदरती साधन नहीं आ, बट जिहड़ा भूमि आ ये की आ? नैचुरल सोर्स आ। साडा अगला प्रश्न है जी, फुल फॉर्म ऑफ नबार्ड, ठीक है। नबार्ड की फुल फॉर्म क्या है? नबार्ड एक संस्था है जिहड़ी किसानां नूं की आ करजे दिंदी आ, ठीक है ना, ताकि किसान जिहड़े आ वध तों वध खेतां दे विच अपणियां फसलां दा उत्पादन कर सकन, ठीक है ना, उन्हां नूं हैल्प करदी आ। हाँ जी, नबार्ड की फुल फॉर्म की है? नैशनल बैंक फॉर एग्रीकल्चर एंड रूरल डिवेलपमेंट, ठीक है ना। देखो किद्दां याद रखना, एन मैं आपां याद करन दी देखो की ट्रिक रखांगे। एन ए मतलब नैशनल, बी ए मतलब बैंक, फॉर लगा दिता, आर तो बन गया रूरल, ठीक है ना, ए तो बन गया एग्रीकल्चर, ठीक है ना, आर तो बन गया रूरल और डी तो बन गया डेवलपमेंट, ठीक है ना। की बन गया? नैशनल बैंक फॉर एग्रीकल्चर एंड रूरल डेवलपमेंट, ठीक है ना। याद रख लेना आप इस तरह। साडा अगला प्रश्न है जी, सही विकल्प चुनो। निम्नलिखित विचों उत्पादन का किहड़ा कारक अचल है? अचल समझदे हो ना, अचल जिहड़े इधर उधर नहीं जा सकते। हुण देखो उत्पादन के किहड़े नीचे ऑप्शन दिते ना 4, एक है ऊड़ा ऑप्शन किरत, ऐड़ा ऑप्शन पूंजी, ईड़ी ऑप्शन भूमि, सस्सा ऑप्शन उद्यमी है। हुण दसो इन्हां विचों जिहड़ा अचल किहड़ा आ, जिहड़ा चल फिर नहीं सकदा? हुण किरती है, किरती तो चल फिर सकदी आ, लेबर तो इधर उधर जा सकदी आ, ठीक है ना, पूंजी भी इधर उधर जा सकदी आ, भूमि नहीं जा सकती, ठीक है ना। साडा राइट ऑप्शन की है? लैंड, ठीक है ना, लैंड ऑप्शन साडा राइट है, ठीक है ना। उद्यमी भी जिहड़ा है इधर उधर जा सकता है, ठीक है ना। पेपर 'च इस तरह के प्रश्न पूछे जा सकते हैं। साडा अगला प्रश्न है जी, सही विकल्प चुनो। इंग्लैंड की किहड़ी मुद्रा है? हाँ जी, साडे देश की जिद्दां मुद्रा ना, इस तरह इंग्लैंड कंट्री की भी मुद्रा है। किहड़ी मुद्रा है? ऑप्शन ऊड़ा यान, ऐड़ा डॉलर, ईडी रुपया, सस्सा पौंड। हाँ जी, किहड़ी है? पौंड, ठीक है ना। इंग्लैंड की किहड़ी है मुद्रा? पौंड, ठीक है ना। अमेरिका का डॉलर है, ठीक है ना, रुपया साडे देश का आ। साडा अगला प्रश्न है लास्ट, जिहड़ा कि मैं नहीं करांगी, तुसीं करोगे। कमेंट बॉक्स में मैनूं इहदा उत्तर तुसीं दसना आ, ठीक है। की है प्रश्न, मनुख वल्लों सीमित साधनां नाल असीमित लोड़ां पूरीआं करन वाले व्यवहार दे अध्ययन नूं की कहा जांदा है? ठीक है ना, की कहा जाता है? इसका उत्तर जिहड़ा तुसीं मैनूं कमेंट बॉक्स में दसना है, ठीक है। तो इसे दे नाल ही, ठीक है जी, साडी जिहड़ी 100 प्रश्न की जिहड़ी प्रश्न लड़ी सीगी वो समाप्त हो चुकी आ, ठीक है ना। ये 100 प्रश्न जिहड़े सिर्फ ETT के सिलेबस के पहला जिहड़ा टॉपिक है बेसिक कंसैप्ट उहदे विच्चों ही निकले, तो इत्थों तुसीं आपां अंदाजा लगा सकते कि बाकी टॉपिक्स दे विच्चों किन्ने क्वेश्चन निकलणगे। आपां वारी वारी सारे वो टॉपिक्स कर लैणे आ, उन्हां दे सारिआं दे 100 प्रश्न कर लैणे आ, उस तो भी ज़्यादा करांगे, ठीक है ना। सो तुहाडा सब दा बहुत बहुत धन्नवाद, ठीक है। वीडियो नूं लाइक ते शेयर करना, ठीक है। चैनल नूं सबसक्राइब कर लेना ताकि साडे जिहड़े होर अगले टॉपिक आ असीं उन्हां दे जिहड़े वीडियोज़ भी तुहानूं मिलदे रहन, ठीक है जी। बैल आइकन नूं भी ऑन कर लेना, ठीक है जी। तुहाडा सब दा बहुत बहुत स्वागत है जी।